ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਲੁਧਿਆਣਾ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਵਿੱਚ ਬਣ ਰਹੀਆਂ ਗੈਰ ਕਾਨੂੰਨੀ ਕਲੋਨੀਆਂ ਨੂੰ ਲੈ ਕੇ ਪਾਲਿਸੀ ਬਣਾਉਣ ਸੰਬੰਧੀ ਬੈਠਕਾਂ ਲਗਾਤਾਰ ਜਾਰੀ ਨੇ। ਤੇ ਅੱਜ ਗਲਾਡਾ ਦੇ ਨਾਲ ਅਮਨ ਅਰੋੜਾ ਦੀ ਮੀਟਿੰਗ ਹੋਈ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਅਫਸਰਾਂ ਦੇ ਸੁਝਾਅ ਲਏ ਗਏ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਹੈ ਕਿ ਬੀਤੇ ਸਾਲ ਦੇ ਵਿੱਚ ਪੰਜਾਬ ਵਿੱਚ ਜੋ ਕੰਕਰੀਟ ਦੇ ਜੰਗਲ ਬਣਾਏ ਜਾ ਰਹੇ ਹੈ ਉਸ ਤੇ ਲਗਾਮ ਲਗਾਉਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਹੈ ਕਿ ਕੁਝ ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈ ਅਣਅਧਿਕਾਰਤ ਕਲੋਨੀਆਂ ਵੱਡੀ ਤਾਦਾਦ ਵਿੱਚ ਪੰਜਾਬ ਅੰਦਰ ਬਣਾ ਕੇ ਵੇਚੀਆਂ ਨੇ, ਜਿਸ ਕਰਕੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ। ਹੋਰ ਕੀ ਕਿਹਾ ਅਮਨ ਅਰੋੜਾ ਨੇ, ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਔਰ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ। ਅੱਜ ਦੀ ਸਾਡੀ ਵਿਜ਼ਿਟ ਦਾ ਪਰਪਸ ਮਕਸਦ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਬਾਕੀ ਸਾਰੇ ਸੈਕਟਰਸ ਦੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਤਹੀਆ ਕੀਤਾ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਅਰਬਨ ਪਲਾਨ ਡਿਵੈਲਪਮੈਂਟ ਹੈ ਜਿਹੜੀ ਵਿਦਆਊਟ ਹੈਸਲਸ ਅਸੀਂ ਉਹ ਪ੍ਰੋਵਾਈਡ ਕਰਨੀ ਹੈ, ਜਿਸ ਦੇ ਤਹਿਤ ਜਿਸ ਦਿਨ ਦੀ ਸੀਐਮ ਸਾਹਿਬ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਆਪਣੇ ਮਹਿਕਮੇ ਦੇ ਸਾਰੇ ਅਧਿਕਾਰੀਆਂ ਨਾਲ ਪ੍ਰਿੰਸੀਪਲ ਸੈਕਟਰੀ ਸਾਹਿਬ ਅਜੇ ਕੁਮਾਰ ਸਿਨਹਾ ਜੀ ਵੀ ਨਾਲ ਆਏ ਨੇ, ਸਾਰੇ ਐਮਐਲਏ ਸਾਹਿਬਾਨ ਨੇ, ਸਾਰੀਆਂ ਅਥਾਰਟੀਜ਼ ਦੇ ਵਿੱਚ ਜਾ ਕੇ ਅਸੀਂ ਜਿਹੜੀਆਂ ਡਿਪਾਰਟਮੈਂਟਲ ਮੀਟਿੰਗਸ ਨੇ ਉਹ ਕਰ ਰਹੇ ਹਾਂ, RWAs ਨੂੰ ਮਿਲ ਰਹੇ ਹਾਂ, ਜਿਹੜੇ ਡਿਵੈਲਪਰਸ ਨੇ ਉਹਨਾਂ ਨੂੰ ਮਿਲ ਰਹੇ ਹਾਂ ਔਰ ਇੱਕ ਚੀਜ਼ ਇਨਸ਼ੋਰ ਕਰ ਰਹੇ ਹਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ। ਜਿਹੜੀਆਂ ਕਿ ਉਹਨਾਂ ਦੀਆਂ ਜੈਨੂਇਨ ਮੁਸ਼ਕਲਾਂ ਹੈਗੀਆਂ ਉਹਨਾਂ ਨੂੰ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਐਡਰੈਸ ਕੀਤਾ ਜਾਵੇ ਔਰ ਸਾਰੇ ਪ੍ਰੋਸੈਸ ਨੂੰ ਸਟਰੀਮਲਾਈਨ ਕੀਤਾ ਜਾਵੇ, ਕਿਉਂਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਹੋਇਆ ਕੀ ਹੈ ਕਿ ਨਾ ਤਾਂ ਸਰਕਾਰ ਪੂਰਾ ਖੁਦ ਆਪ ਔਰ ਨਾ ਹੀ ਜਿਹੜੇ ਪਲਾਨ ਡਿਵੈਲਪਰ ਸੀਗੇ ਉਹ ਕਿਤੇ ਪਿੱਛੇ ਰਹਿ ਗਏ ਤੇ ਅਨਪਲਾਨਡ ਡਿਵੈਲਪਮੈਂਟਸ ਜਿਹੜੀਆਂ ਉਹ ਹੋਈ ਗਈਆਂ, ਕਿਉਂਕਿ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਪੋਲੀਟੀਕਲ ਲੀਡਰ ਸੀਗੇ ਉਹਨਾਂ ਦੇ ਆਪਣੇ ਇੰਟਰਸਟ ਨੇ ਜਿਹੜੇ ਉਹ ਪੈਦਾ ਹੋ ਗਏ ਸੀਗੇ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੈਗੂਲੇਟ ਕਰਨ ਦੇ ਲਈ ਔਰ ਲੋਕਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਸਮਝਣ ਦੇ ਲਈ, ਕਿਉਂਕਿ ਜਿਸ ਨੂੰ ਤਕਲੀਫ ਹੁੰਦੀ ਹੈ ਸਭ ਤੋਂ ਵਧੀਆ ਹੱਲ ਵੀ ਉਸੇ ਕੋਲ ਹੁੰਦਾ। ਸੋ ਇਸ ਕਰਕੇ ਅਸੀਂ ਸਾਰੀਆਂ ਅਥਾਰਟੀਜ਼ ਦੇ ਵਿੱਚ ਜਾ ਰਹੇ ਹਾਂ। ਪਹਿਲਾਂ ਹੀ ਬਠਿੰਡਾ ਪਟਿਆਲਾ ਕਵਰ ਕਰ ਚੁੱਕੇ, ਮੋਹਾਲੀ ਕਵਰ ਕਰ ਚੁੱਕੇ, ਅੱਜ ਗਲਾਡਾ ਦੇ ਵਿੱਚ ਆਇਆ। ਡਿਪਾਰਟਮੈਂਟਲ ਮੀਟਿੰਗ ਹੋ ਚੁੱਕੀ ਹੈ ਇੰਟਰਨਲ, ਇਸ ਤੋਂ ਬਾਅਦ RWAs ਦੇ ਨਾਲ ਡਿਵੈਲਪਰਸ ਦੇ ਨਾਲ ਮੀਟਿੰਗਾਂ ਨੇ ਤਾਂ ਕਿ ਇੱਕ ਵਧੀਆ ਸੁਖਾਲਾ ਅਰਬਨ ਪਲਾਨ ਡਿਵੈਲਪਮੈਂਟ ਦਾ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇ ਸਕੀਏ। ਇੱਕ ਗੱਲ ਵੀ ਹੋਊਗੀ, ਦੇਖੋ ਇਸ ਤਰ੍ਹਾਂ ਕਿ ਇਹ ਇੱਕ ਬੜਾ ਗੁੰਝਲਦਾਰ ਪ੍ਰੋਸੈਸ ਹੈ ਜਿਹੜਾ ਉਹ ਬਣ ਚੁੱਕਿਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਪਿਛਲੇ ਸਮਿਆਂ ਦੇ ਵਿੱਚ ਲੀਡਰਾਂ ਦੀਆਂ, ਅਫਸਰਾਂ ਦੀਆਂ ਔਰ ਲੈਂਡ ਮਾਫੀਆਜ਼ ਦੀਆਂ ਆਪਣੇ ਇੰਟਰਸਟ ਨੇ ਜਿਹੜੇ ਉਹ ਡਿਵੈਲਪ ਹੋ ਗਏ, ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦੇ ਵਿੱਚ 14,000 ਅਨਆਥੋਰਾਈਜ਼ਡ ਕਾਲੋਨੀਜ਼ ਨੇ ਜਿਹੜੀਆਂ ਉਹ ਬਣ ਚੁੱਕੀਆਂ। ਹੁਣ ਇਹਦੇ ਵਿੱਚ ਸਾਡੇ ਲਈ ਡਬਲ ਵੈਮੀ ਇਹ ਹੈ, ਸਾਡੇ ਲਈ ਮੁਸ਼ਕਿਲ ਦਿੱਕਤ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੀ ਅਨਪਲਾਨ ਡਿਵੈਲਪਮੈਂਟ ਜਿਹੜੀ ਉਹ ਨਹੀਂ ਹੋਏਗੀ ਔਰ ਹਾਈ ਕੋਰਟ ਨੇ ਇਹਦੀਆਂ ਡਾਇਰੈਕਸ਼ਨ ਸੀਗੀਆਂ ਕਿ ਇੱਕ ਪਾਸੇ ਤੁਸੀਂ ਪਾਪਰਾ ਐਕਟ ਹੈ ਜਿਹੜਾ 1995 ਵਿੱਚ ਉਹ ਬਣਾ ਰੱਖਿਆ ਹੈ, ਦੂਜੇ ਪਾਸੇ ਤੁਸੀਂ ਟਾਈਮ ਐਂਡ ਅਗੇਨ ਬਾਰ-ਬਾਰ ਰੈਗੂਲਰਾਈਜੇਸ਼ਨ ਦੇ ਵਨ ਟਾਈਮ ਰੈਗੂਲਰਾਈਜੇਸ਼ਨ ਦੇ ਨਾਂ 'ਤੇ ਤੁਸੀਂ ਉਹਨਾਂ ਸਾਰੀਆਂ ਇਰਰੈਗੂਲਰ ਨੂੰ ਰੈਗੂਲਰ ਕਰ ਦਿੰਦੇ ਹੋ। ਸੋ ਉਸ ਚੱਕਰ ਦੇ ਵਿੱਚ 2 ਸੀਨੀਅਰ ਅਧਿਕਾਰੀਆਂ ਨੂੰ ਪੰਜਾਬ ਦਿਆਂ ਨੂੰ ਉੱਥੇ ਐਫੀਡੇਵਿਟ ਲਾਉਣੇ ਪਏ, ਹਾਊਸਿੰਗ ਔਰ ਲੋਕਲ ਗਵਰਨਮੈਂਟ ਨੂੰ, ਕਿ ਅਸੀਂ ਅਨਪਲਾਨ ਡਿਵੈਲਪਮੈਂਟ ਹੈ ਜਿਹੜੀ ਉਹ ਨਹੀਂ ਹੋਣ ਦੇਵਾਂਗੇ। ਸੋ ਇਹ ਬੜੀਆਂ ਮੁਸ਼ਕਲਾਂ ਨੇ, ਗੱਠਾਂ ਨੇ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਦੀਆਂ ਪਾਈਆਂ ਹੋਈਆਂ ਨੇ, ਉਹਨਾਂ ਨੂੰ ਜਿਵੇਂ ਕਹਿੰਦੇ ਨੇ ਵੀ ਹੱਥ ਨਾਲ ਪਾਈ ਹੋਈ ਗੱਠ ਮੂੰਹ ਨਾਲ ਖੋਲ੍ਹਣੀ ਪੈਂਦੀ, ਸਾਡੇ ਨਾਲ ਤਾਂ ਉਹ ਹੋ ਰਿਹਾ। ਹੁਣ ਇਸ ਸਾਰੇ ਪ੍ਰੋਸੈਸ ਦੇ ਵਿੱਚ ਜਾਂ ਤਾਂ ਇਹ ਹੈ ਕਿ ਸਰਕਾਰ ਅੱਖਾਂ ਬੰਦ ਕਰ ਲਈ ਵੀ ਜੋ ਚੱਲੀ ਜਾਂਦਾ ਚੱਲੀ ਜਾਵੇ। ਕਈ ਥਾਵਾਂ ਤਾਂ ਅਸੀਂ ਇਹੋ ਜਿਹੀਆਂ ਵੀ ਦੇਖੀਆਂ ਨੇ ਵੀ ਜੇ ਕਿਤੇ ਕੋਈ ਫਾਇਰ ਟ੍ਰੈਜਡੀ ਹੋ ਜੇ ਤੇ ਉੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਇਹੋ ਜਿਹੀ ਉਹ ਕੰਕਰੀਟ ਦਾ ਜੰਗਲ ਬਣ ਰਿਹਾ ਪੰਜਾਬ ਦੇ ਵਿੱਚ, ਉਹ ਪਲੈਨਡ ਡਿਵੈਲਪਮੈਂਟ ਨਹੀਂ ਹੈਗੀ। ਸੋ ਜਦੋਂ ਇਹੋ ਜਿਹਾ ਮਾਹੌਲ ਬਣ ਜਾਂਦਾ ਹੁੰਦੇ ਨੇ, ਜਿਹੜੇ ਜੈਨੂਇਨ ਬਾਇਰਸ ਨੇ ਉਹ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਉਸ ਮਾਹੌਲ ਦੇ ਵਿੱਚ ਪਿਸ ਜਾਂਦੇ ਹੁੰਦੇ ਨੇ। ਪਰ ਭਗਵੰਤ ਮਾਨ ਜੀ ਬੜੇ ਫਿਕਰਮੰਦ ਨੇ, ਸਾਰੀ ਸਰਕਾਰ ਇਸ ਮਸਲੇ ਦੇ ਉੱਪਰ ਬੜੀ ਫਿਕਰਮੰਦ ਹੈ। ਇਸ ਸਾਰੇ ਮਸਲੇ ਨੂੰ ਜਿਹੜੇ ਜੈਨੂਇਨ ਬਾਇਰਸ ਨੇ, ਜਿਹੜੇ ਐਂਡ ਯੂਜ਼ਰਸ ਨੇ, ਉਹਨਾਂ ਨੂੰ ਕਿਵੇਂ ਫੈਸਿਲੀਟੇਟ ਕੀਤਾ ਜਾਵੇ, ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ, ਤੇ ਜਿਹੜੇ ਕੋਈ ਕਲੋਨੀਆਂ ਦੇ ਨਾਮ ਦੇ ਉੱਪਰ ਸਰਕਾਰ ਨੂੰ ਜਾਂ ਲੋਕਾਂ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ। ਇਹ ਸਾਰੇ ਦੇ ਉੱਪਰ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ। ਬੜੀ ਜਲਦੀ ਹੀ ਇਹਦੇ ਉੱਪਰ ਕੋਈ ਨਾ ਕੋਈ ਕੰਸੈਂਸਸ ਬਣਾ ਕੇ ਅਸੀਂ ਅੱਗੇ ਵਧਾਂਗੇ ਔਰ ਇਹ ਇੱਕ ਇਨਸ਼ੋਰ ਕਰਾਂਗੇ। ਅੱਜ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪਿਛਲਾ ਬਾਰੇ ਤਾਂ ਮਾਨ ਸਾਹਿਬ ਖੁਦ ਆਪ ਮੋਨੀਟਰ ਕਰਦੇ ਨੇ, ਪਰ ਅੱਗੇ ਲਈ ਜਿੱਥੇ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ, ਇੱਕ ਵੀ ਅਨਆਥੋਰਾਈਜ਼ਡ ਇਲੀਗਲ ਕਾਲੋਨੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੇ ਅਸੀਂ ਨਹੀਂ ਵੰਡ ਦੇਣੀ, ਉਹ ਸਖਤ ਕਾਰਵਾਈ ਉਹਦੇ ਉੱਪਰ ਹੋਊਗੀ। ਸਰ ਇੱਕ ਚੀਜ਼ ਹੈ, ਆਪਣੀ ਨਵੀਂ ਪਾਲਿਸੀ ਡਿਕਲੇਅਰ ਕਰ ਦਿਓ।
ਹਾਂਜੀ कब से नई पॉलिसी डिक्लेयर करते हैं? ਦੇਖੋ ਅਸੀਂ ਲੱਗੇ ਹੋਏ ਹਾਂ ਜੀ ਫਰੋਮ ਡੇ 1 ਲੱਗੇ ਹੋਏ ਹਾਂ। ਮੇਰੇ ਖਿਆਲ ਦੇ ਵਿੱਚ ਤਕਰੀਬਨ ਮਹੀਨੇ 20 ਕੁ ਦਿਨ ਦਾ ਕੰਮ ਹੈ ਜੀ। ਪ੍ਰੋਸੈਸ ਇਹਦੇ ਉੱਪਰ ਵੱਡੇ कंप्लीट हो जाएगी। ਹੋਪਫੁਲੀ ਹੋ ਜਾਣਾ ਚਾਹੀਦਾ ਹੈ। ਇੱਕ ਸਾਰੀ ਚੀਜ਼ ਦੱਸੋ ਸਰ, ਇੱਕ ਰਜਿਸਟਰੀਆਂ ਜਿਹੜੀਆਂ ਇੱਕ ਮਿੰਟ, ਬਿਨਾਂ ਹਾਂ, LLC ਤੋਂ ਹੋ ਰਹੀਆਂ ਨੇ, ਇੱਕ ਇੱਕ ਚੀਜ਼ ਦੱਸੋ। ਭਾਈ ਸਾਹਿਬ ਕਾਲੀ ਨਾ ਕਰੋ, ਮੈਂ ਇੱਥੇ ਹਾਂ, ਜਿੰਨੇ ਮਰਜ਼ੀ ਸਵਾਲ ਕਰ ਲਿਓ, ਕੱਲੇ ਕੱਲੇ ਇੱਕ ਚੀਜ਼ ਦੱਸੋ। ਨਹੀਂ ਉਹ ਤਾਂ ਨਹੀਂ, ਉਹਦੇ 'ਚ ਦੇਖੋ ਇਸ ਤਰ੍ਹਾਂ ਹੈ ਕਿ ਇਹ ਜਿਹੜੇ ਤੁਸੀਂ ਮੈਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ, ਇਹ ਤੁਹਾਡੇ ਤੋਂ ਪਤਾ ਲੱਗ ਰਿਹਾ, ਇਹ ਰੈਵਨਿਊ ਡਿਪਾਰਟਮੈਂਟ ਦਾ ਜਿਹੜੀ ਰਜਿਸਟਰੀ ਹੋਣੀ ਹੈ, ਉਹ ਰੈਵਨਿਊ ਸਾਡਾ ਹਾਊਸਿੰਗ ਦੇ ਨਾਲ ਉਹਦਾ ਡਾਇਰੈਕਟਲੀ ਕੋਈ ਲਿੰਕ ਨਹੀਂ ਹੈਗਾ। ਉਹ ਜੇ ਇਸ ਤਰੀਕੇ ਦੇ ਤੁਸੀਂ ਪਿਛਲੇ ਸਮੇਂ ਦੇਖਿਆ ਹੋਊਗਾ ਵੀ 3-4 ਤਹਿਸੀਲਦਾਰ ਨੇ ਜਿਹੜੇ ਉਹ ਸਰਕਾਰ ਨੇ ਸਸਪੈਂਡ ਕੀਤੇ ਸੀਗੇ। ਹੁਣ ਇਹ ਰਿਪੋਰਟ ਗਈ ਹੈ ਕਿ ਨਹੀਂ ਗਈ? ਡੀਸੀ ਇੱਕ ਮਿੰਟ ਜੀ ਭਾਈ ਸਾਹਿਬ ਬੋਲ ਤਾਂ ਲੈਣ ਦਿਓ ਯਾਰ, ਐਂ ਕਿਉਂ ਕਰੀ ਜਾਂਦੇ ਹੋ ਤੁਸੀਂ? ਇਹ ਰੈਵਨਿਊ ਦਾ ਕੰਮ ਹੈ, ਮਾਲ ਮਹਿਕਮੇ ਦਾ ਕੰਮ ਹੈ। ਉਹਦੇ 'ਚ ਰਿਪੋਰਟ ਗਈ ਹੈ ਕਿ ਨਹੀਂ, ਇਹਦੇ ਬਾਰੇ ਐਗਜ਼ੈਕਟ ਮੈਨੂੰ ਪਤਾ ਨਹੀਂ ਹੈਗਾ। ਮੈਂ ਫਿਰ ਵੀ ਪਤਾ ਕਰਕੇ ਮੈਂ ਉਹੀ ਤਾਂ ਕਹਿ ਰਿਹਾ। ਦੇਖੋ ਇਸ ਤਰ੍ਹਾਂ ਹੈ ਕਿ ਪਾਲਿਸੀ ਵਨ ਟਾਈਮ ਆਊਗੀ ਕਿ ਨਹੀਂ ਆਊਗੀ, ਇਹ ਜੇ ਸਰਕਾਰ ਦੇ ਵਿਚਾਰ ਅਧੀਨ ਚੱਲ ਰਿਹਾ। ਇਹਦੇ ਬਾਰੇ ਹਜੇ ਵੀ ਤੁਹਾਨੂੰ ਮੈਂ ਕੁਝ ਪੋਜ਼ਿਟਿਵ ਜਾਂ ਨੈਗੇਟਿਵ ਮੈਂ ਨਹੀਂ ਦੱਸ ਸਕਦਾ ਹੈਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਠੀਕ ਹੈ, ਕੁਝ ਜਿਹੜੇ ਐਂਡ ਯੂਜ਼ਰਸ ਨੇ, ਜੈਨੂਇਨ ਨੇ ਜਿਹੜੇ, ਉਹ ਵੀ ਸ਼ਾਇਦ ਤਕਲੀਫ ਦੇ ਵਿੱਚ ਹੋਣ, ਪਰ ਬਹੁਤ ਸਾਰੇ ਇਸ ਤਰੀਕੇ ਦੀਆਂ ਮਾਲ ਪ੍ਰੈਕਟਿਸਿਸ ਵੀ ਸਰਕਾਰ ਦੇ ਧਿਆਨ ਦੇ ਵਿੱਚ ਆਈਆਂ ਨੇ ਕਿ ਜਿਸ ਦੇ ਨਾਲ ਹਵਾ ਦੇ ਵਿੱਚ ਹੀ ਕਲੋਨੀ ਹੈ ਜਿਹੜੀ ਉਹ ਕੱਟ ਦਿੱਤੀ ਗਈ, ਤੇ ਉਹਦੇ ਨਾਲ ਅਲਟੀਮੇਟਲੀ ਉਹ ਜਿਹੜੀ ਫਲੀਸਿੰਗ ਹੈ ਉਹ ਜੇ ਚੂਨਾ ਲੱਗਣਾ ਤਾਂ ਕਿਹਨੂੰ ਲੱਗਣਾ? ਆਮ ਲੋਕਾਂ ਨੂੰ ਲੱਗਣਾ। ਸੋ ਇਹ ਸਾਰੇ ਉੱਪਰ ਥਾਟ ਪ੍ਰੋਸੈਸ ਚੱਲ ਰਿਹਾ ਜੀ। ਇਹਦੇ ਬਾਰੇ ਹਜੇ ਐਗਜ਼ੈਕਟਲੀ ਕੁਝ ਡਿਸਾਈਡ ਫਾਈਨਲ ਨਹੀਂ ਹੋਇਆ ਹੈਗਾ। ਸੁਣੋ, ਮੈਂ ਸਮਝ ਗਿਆ ਤੁਹਾਡੀ ਗੱਲ। ਸੁਣੋ, ਪ੍ਰਾਈਵੇਟ ਕੋਈ ਬੰਦਾ ਆਪਦੇ ਬਿਜ਼ਨਸ ਦੇ ਵਿੱਚ ਕਿਹੜੀ ਚੀਜ਼ ਕਿੰਨੇ ਦੀ ਵੇਚੂਗਾ, ਕਿੰਨੇ ਘੱਟ ਤੇ ਵੇਚੂਗਾ, ਕਿੰਨੇ ਵੱਧ ਤੇ ਵੇਚੂਗਾ, ਇਹ ਸਰਕਾਰ ਇਹਦੀ ਕੈਪਿੰਗ ਨਹੀਂ ਕਰ ਸਕਦੀ ਹੈਗੀ। ਜਿਹੜਾ ਬੰਦਾ ਜਿੰਨਾ ਇਨਵੈਸਟ ਕਰੂਗਾ, ਲੋਕਾਂ ਨੂੰ ਉਨਾ ਅਟਰੈਕਟ ਕਰੂਗਾ, ਉਹ ਉਹਦੇ ਹਿਸਾਬ ਨਾਲ ਵੇਚੂਗਾ। ਦੋ ਪ੍ਰਾਈਵੇਟ ਪਰਸਨਸ ਦੇ ਐਗਰੀਮੈਂਟ ਦੇ ਵਿੱਚ ਸਰਕਾਰ ਨਹੀਂ ਫਸ ਸਕਦੀ ਹੈ ਕਿ ਨੰਬਰ 1। ਨੰਬਰ 2, ਜਿਹੜਾ ਤੁਸੀਂ ਕਹਿੰਦੇ ਹੋ ਕਿ ਜੇ ਕੋਈ ਗਰੀਬ ਬੰਦਾ, ਮੱਧ ਵਰਗੀ ਬੰਦਾ, ਉਹਦੇ ਲਈ ਆਲਰੇਡੀ ਸਰਕਾਰ ਦੀਆਂ ਪਾਲਿਸੀਜ਼ ਹੈਗੀਆਂ। EWS ਪਾਲਿਸੀ ਵੀ ਹੈਗੀ, ਅਫੋਰਡੇਬਲ ਹਾਊਸਿੰਗ ਦੀ ਪਾਲਿਸੀ ਵੀ ਹੈਗੀ। ਪਰ ਅਲਟੀਮੇਟਲੀ ਹੋਇਆ ਕੀ ਹੈ ਪਿਛਲੇ ਲੰਬੇ ਸਮੇਂ ਦੇ ਵਿੱਚ ਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਲੀਡਰਾਂ ਦੇ ਤੇ ਅਫਸਰਾਂ ਦੇ ਆਪਦੇ ਇੰਟਰਸਟ ਪੈਦਾ ਹੋ ਗਏ ਇਸ ਕੰਮ ਦੇ ਵਿੱਚ, ਰੀਅਲ ਏਸਟੇਟ ਦੇ ਵਿੱਚ, ਉਹਨਾਂ ਨੇ ਲੀਗਲਾਈਜ਼ਡ ਕਲੋਨੀ, ਆਥੋਰਾਈਜ਼ਡ ਕਲੋਨੀਆਂ ਦਾ ਕੰਮ ਧੱਕੇ ਨਾਲ ਠੱਪ ਕਰਤਾ ਤੇ ਇਲੀਗਲ ਕੰਮ ਚੱਲ ਪਿਆ, ਜਿਹਦੇ ਵਿੱਚ ਉਹ ਲੱਖਾਂ ਕਰੋੜਾਂ ਰੁਪਏ ਨੇ, ਜਿਹੜੇ ਅਰਬਾਂ ਰੁਪਏ ਉਹ ਕਮਾ ਗਏ। ਹੁਣ ਇਸੇ ਦੇ ਉੱਪਰ ਸਾਰਾ ਥਾਟ ਪ੍ਰੋਸੈਸ ਚੱਲ ਰਿਹਾ ਹੈ। ਅਸੀਂ ਜਿਹੜੀਆਂ ਚਾਹੇ ਗਰੀਬ ਵਿਅਕਤੀ ਹੈ ਕੋਈ, ਚਾਹੇ ਮੱਧ ਵਰਗੀ ਹੈ, ਚਾਹੇ ਕੋਈ ਅਪਰ ਕਲਾਸ ਦਾ ਵਿਅਕਤੀ ਹੈ, ਉਹਨਾਂ ਦੇ ਲਈ ਸਿਸਟਮ ਨੂੰ, ਮਾਹੌਲ ਨੂੰ ਫੈਸਿਲੀਟੇਟ ਕਰਾਂਗੇ, ਉਹਨਾਂ ਨੂੰ ਪਲੈਨਡ ਡਿਵੈਲਪਮੈਂਟ ਹੀ ਰੀਜ਼ਨੇਬਲ ਰੇਟ ਦੇ ਵਿੱਚ ਮਿਲ ਸਕੇ। ਪਰ ਕਿਸੇ ਦੇ ਉੱਪਰ ਕੈਪਿੰਗ ਕਰਨਾ ਸਰਕਾਰ ਦੇ ਲਈ ਪੋਸੀਬਲ ਨਹੀਂ ਹੁੰਦਾ ਹੈਗਾ। मिस्टर अरोड़ा, एक सेकंड। ਇਹਦੇ ਉੱਪਰ ਫਰੋਮ ਡੇ 1 ਪਹਿਲੇ ਦਿਨ ਤੋਂ ਹੀ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਜਿਹੜੀਆਂ ਗਵਰਨਮੈਂਟ ਦੀਆਂ, ਪੂਡਾ ਦੀਆਂ ਆਪਣੀਆਂ ਐਸਟੈਬਲਿਸ਼ਮੈਂਟਸ ਨੇ, ਚਾਹੇ ਉਹ ਹਾਊਸਿੰਗ ਦੇ ਵਿੱਚ ਨੇ ਔਰ ਚਾਹੇ ਉਹ ਇੰਡਸਟਰੀਅਲ ਦੇ ਵਿੱਚ ਨੇ, ਇਹਦੇ ਉੱਪਰ ਵੱਡੇ ਸਕੇਲ ਦੇ ਉੱਪਰ ਪਲੈਨਿੰਗ ਹੈ ਜਿਹੜੀ ਉਹ ਚੱਲ ਰਹੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੱਡੀਆਂ ਡਿਵੈਲਪਮੈਂਟਸ ਨੇ ਇਹਦੇ ਵਿੱਚ ਪੂਡਾ ਵੱਲੋਂ ਖੁਦ ਆਪ ਕਰਦੇ ਤੁਸੀਂ ਸਰਕਾਰ ਨੂੰ ਦੇਖੋਗੇ। नई कॉलोनियां कटोगे, नई कॉलोनियां कटोगे ना? ਹਾਂਜੀ, मतलब नई कॉलोनियां कटोगे ना? ਤੁਸੀਂ ਜਦੋਂ ਮੈਂ नहीं सर, मेक इट क्लियर। ਜਦੋਂ आज जाए थोड़ी लैंग्वेज है ना, when I am saying कि urban planned development by PUDA itself, what does that mean? That means, सुनो, that means कि चाहे हाउसिंग ਦੀ ਹੈ ਤੇ ਚਾਹੇ ਇੰਡਸਟਰੀਅਲ ਦੀ ਹੈ, ਸਰਕਾਰ ਅਸੀਂ ਖੁਦ ਆਪ ਔਨ ਗਰਾਊਂਡ ਕੰਮ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਬੜੀ ਜਲਦੀ ਹੀ ਉਹ ਪ੍ਰੋਸੈਸ ਨੂੰ ਤੁਸੀਂ ਸ਼ੇਪ ਅਪ ਹੁੰਦਾ ਦੇਖੋਗੇ। मंत्री साहब कुछ कॉलोनाइजर प्रॉपर्टी डीलर जो महंतों की जगह बेच दिया, अभी ना उसमें मीटर लग रहा है, ना तो बिजली का कनेक्शन लग रहा है, उसके बारे में क्या कहना है? ਮਹੰਤਾਂ ਦੀ ਜਗ੍ਹਾ ਕਿਹੜੀ ਜੀ? ਜਿਹੜੀ ਆਪਾਂ ਗੱਲ ਕਰਦੇ ਨਹੀਂ ਸੀ ਆਉਂਦੇ ਇਹਨਾਂ ਨੇ ਬਿੱਟੂ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਵੇਚੀਆਂ ਮਹੰਤਾਂ ਨੇ। ਕਾਂਗਰਸੀ ਦੇ ਵਿੱਚ ਕੱਟ ਕੇ ਹੁਣੀ ਜਿਹੜੀ ਗੱਲ ਕਰਦੇ ਸੀ ਇਹਦੀ ਕੋਈ ਕੰਪਲੇਂਟ ਵਗੈਰਾ ਕੰਪਲੇਂਟ ਕੀਤੀ ਹੈ। ਮੈਨੂੰ ਹੁਣ ਇਹ ਇਸ਼ੂ ਤੁਹਾਡੇ ਤੋਂ ਹੁਣੇ ਪਤਾ ਲੱਗਿਆ ਔਰ MLA ਸਾਹਿਬ ਤੋਂ। ਜੇ ਕੋਈ ਇਸ ਤਰੀਕੇ ਦੀ ਇਲੀਗਲ, ਦੇਖੋ ਲੁਧਿਆਣੇ ਦੇ ਵਿੱਚ ਮੈਂ ਆਈ ਡੋਂਟ ਵਾਂਟ ਟੂ ਸੇ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਕਿ ਮੈਨਚੈਸਟਰ ਆਫ ਪੰਜਾਬ ਸੀਗਾ, ਜਿੰਨਾ ਰੀਅਲ ਏਸਟੇਟ ਦੇ ਵਿੱਚ 2 ਨੰਬਰ ਦਾ ਧੰਦਾ, 2 ਨੰਬਰ ਦਾ ਕੰਮ, ਗੜਬੜੀਆਂ ਜਿੰਨੀਆਂ ਲੁਧਿਆਣੇ ਦੇ ਵਿੱਚ ਹੋਈਆਂ ਨੇ ਨਾ ਜੀ, ਔਰ ਖਾਸ ਤੌਰ ਤੇ ਅੰਡਰ ਦਾ ਪੈਟਰਨੇਜ ਆਫ
ਪੋਲੀਟੀਕਲ ਕਲਾਸ, ਚਾਹੇ ਉਹ ਪਹਿਲਾਂ ਅਕਾਲੀ ਦਲ ਦੀ ਸੀ ਚਾਹੇ ਕਾਂਗਰਸ ਸੀਗੀ, ਇਹੋ ਜਿਹਾ ਲੈਂਡ ਮਾਫੀਆ ਮੇਰੇ ਖਿਆਲ 'ਚ ਕਦੇ ਕਿਸੇ ਨੇ ਦੇਖਣ ਸੁਣਨ ਨੂੰ ਨਹੀਂ ਮਿਲਿਆ। ਕਿ ਜਿਹੜੀ ਹੁਣ ਤੁਸੀਂ ਮਹੰਤਾ ਦੀ ਜਗ੍ਹਾ ਦੀ ਗੱਲ ਕਰਦੇ ਹੋ, ਇਹ ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਕੰਪਲੇਂਟ ਆ ਚੁੱਕੀ, ਉਹ ਗਵਰਨਮੈਂਟ ਨਾਲ ਸੀਐਮ ਸਾਹਿਬ ਨਾਲ ਟੇਕ ਅਪ ਕਰਕੇ ਉਹਦੇ ਜੋ ਬਣਦੀ कार्रवाई है वो जरूर होगी। एक चीज़ और, जो कॉलोनी कॉलोनी काट देते कॉलोनाइजर, एक गली अप्रूव करवा लेते हैं, 4 गली जो है ऐसे बेच देते हैं, और साथ में उसमें जो सीवरेज वगैरह वो 4 इंची 3 इंची का डाल देते हैं। इसके बाद वो जाम हो जाता है, जो एमएलए हैं उनके ऑफिस के बाहर धरना लगा के लोग बैठ जाते हैं। उसके बारे में भाई साहब सुनिए, सुनो देखिए, सुनो एक मिनट, यही मैं आपको कहने की कोशिश कर रहा हूँ कि ये आज के बाद तो सरकार का बड़ा स्टैंड क्लियर है कि हमने ये नॉनसेंस होने नहीं देनी, नंबर 1। लेकिन इसके साथ साथ सरकार के साथ साथ ना जी, इसमें लोगों का भी, मीडिया का भी, आम पब्लिक का भी, एटलीस्ट लुधियाना आप लोगों का अपना शहर है, जहां आप लोगों को गलत डेवलपमेंट होती नज़र आए तो प्लीज़ लेट द गवर्नमेंट नो। इससे पहले वाली सरकारें गई कि उन्होंने जो खुद लीडर बैठ के कटवाते थे अधिकारियों की मिलीभगत के, वो टाइम गया। जहाँ कोई अनप्लैंड इलीगल कंस्ट्रक्शन आपको डेवलपमेंट होती नज़र आती है, हमें बताइए, वो बिल्कुल नहीं होने दिया जाएगा। ਇਹਦੇ ਬਾਰੇ ਵੀ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਜੀ। ਕਾਫੀ ਸਾਡੀਆਂ ਵੈਕੈਂਸੀਜ਼ ਨੇ ਜਿਹੜੀਆਂ ਉਹ ਫਿਲ ਹੋ ਚੁੱਕੀਆਂ, ਬਾਕੀ ਜਿਹੜੀਆਂ ਰਹਿੰਦੀਆਂ ਨੇ ਉਹ ਬੜੀ ਜਲਦੀ ਫਿਲ ਹੋਣਗੀਆਂ। ਆਲਮੋਸਟ ਅਸੀਂ 300 ਦੇ ਕਰੀਬ ਜਿਹੜੇ ਸਾਡੇ ਛੋਟੇ ਔਰ ਮਿਡ ਲੈਵਲ ਦੇ ਸਾਡੇ ਜਿਹੜੇ ਅਫਸਰ ਨੇ, ਉਹਨਾਂ ਦੀ ਅਸੀਂ ਰਿਕੁਐਜ਼ੀਸ਼ਨ ਹੈ ਜਿਹੜੀ ਸਰਕਾਰ ਤੋਂ ਮੰਗੀ ਹੋਈ ਹੈ। ਬੜੀ ਜਲਦੀ ਸਾਰੀਆਂ ਪੋਸਟਾਂ ਜਿਹੜੀਆਂ ਫਿਲ ਹੋ ਜਾਣਗੀਆਂ। एक चीज़ और सर क्लियर करवाना चाहते हैं, जो ਸੀਆਰਪੀ ਕਲੋਨੀ ਡੁਗਰੀ ਹੈ, ਇੱਥੇ ਜਿਹੜੇ ਕਾਫੀ ਫਲੈਟਸ ਦੰਗਾ ਪੀੜ ਇਹ ਮੈਂ ਡੀ ਸਾਹਿਬ ਨਾਲ ਗੱਲ ਕਰ ਰਿਹਾ ਨਾ ਜੀ, ਇਹਦੇ ਬਾਰੇ ਮੈਨੂੰ ਤੁਹਾਡੇ ਤੋਂ ਪਤਾ ਲੱਗ ਰਿਹਾ ਹੈ। ਜੇ ਕੋਈ ਇਸ ਤਰੀਕੇ ਦੀ ਗੱਲ ਹੈਗੀ, ਧੜੱਲੇ ਦਾ ਚਾਹੇ ਜਿੰਨਾ ਮਰਜ਼ੀ ਹੋਵੇ, ਲਾਅ ਆਫ ਲੈਂਡ ਹੈ ਜਿਹੜਾ ਉਹ ਪ੍ਰਵੇਲ ਕਰੂਗਾ, ਕਿਸੇ ਦਾ ਧੜੱਲਾ ਕੰਮ ਨਹੀਂ ਚੱਲਣਾ ਹੁਣ। ਰਜਿਸਟਰੀਆਂ ਤਾਂ ਹਜੇ ਵੀ ਹੋ ਰਹੀਆਂ, ਲੈਂਡ ਮਾਫੀਆ ਦੀ ਤੁਸੀਂ ਗੱਲ ਕਰਦੇ ਆ, ਰਜਿਸਟਰੀਆਂ ਹਜੇ ਵੀ ਹੋ ਰਹੀਆਂ। ਪਹਿਲਾਂ 5000 'ਚ ਕੰਮ ਹੁੰਦਾ ਸੀ, ਹੁਣ 50000 'ਚ ਹੁੰਦਾ, ਪਰ ਮਰਦਾ ਮਾੜਾ ਬੰਦਾ ਹੀ ਪਿਆ। ਪਟਵਾਰੀ ਹਜੇ ਵੀ ਕਰੀ ਜਾਂਦਾ 50,000। ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਨਾ ਜੀ, ਵੀ ਜੇ ਇਸ ਤਰੀਕੇ ਦੀ ਕੋਈ ਗੱਲ ਹੋ ਰਹੀ ਹੈ, ਇਹ ਰੈਵਨਿਊ ਨਾਲ ਕੰਸਰਨਡ ਹੈ। ਜਦ ਤੱਕ ਸਾਡੇ ਡਿਪਾਰਟਮੈਂਟ ਦਾ ਮਸਲਾ, ਸਾਡਾ ਬੜਾ ਕਲੀਅਰ ਹੈ ਕਿ ਅਸੀਂ ਅਨਆਥੋਰਾਈਜ਼ਡ ਡਿਵੈਲਪਮੈਂਟ ਨਹੀਂ ਹੋਣ ਦੇਣੀ ਹੈਗੀ। ਜੇ ਕੋਈ ਰੈਵਨਿਊ ਦੀ ਗੱਲ ਆ ਰਹੀ, ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ, ਜੇ ਕੋਈ ਵੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਊਗੀ। ਉਹਨਾਂ ਦੇ ਕੀ ਰੋਕ ਲਾ ਰਹੇ ਹੋ? ਤੁਹਾਡਾ ਸਭ ਤੋਂ ਫੇਮਸ ਪੋਲੀਟੀਸ਼ੀਅਨ ਤਾਂ ਅੰਦਰ ਹੈ ਹੁਣ। ਸਰ ਪੰਜਾਬ 'ਚ ਜਿਹੜੀ ਪਾਲਿਸੀ ਬਣਾਈ ਆ, ਸੁਖਬੀਰ ਬਾਦਲ ਕਹਿੰਦਾ ਈਡੀ ਦੀ ਜਾਂਚ ਕਰਾਉਣੀ ਚਾਹੀਦੀ ਹੈ। ਹਾਂਜੀ, ਪੰਜਾਬ 'ਚ ਜਿਹੜੀ ਪਾਲਿਸੀ ਬਣਾਈ ਹੈ, ਐਕਸਾਈਜ਼ ਪਾਲਿਸੀ ਤੇ ਈਡੀ ਤੇ ਉਹਦੀ ਆਪਣਾ ਸੀਬੀਆਈ ਦੀ ਜਾਂਚ। ਇੰਨਾ ਲੰਮਾ ਸਮਾਂ ਸ਼ਰਾਬ ਮਾਫੀਆ ਚਲਾਉਣ ਵਾਲੇ ਅੱਜ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ਦੇ ਸਵਾਲ ਚੱਕ ਕਰ ਰਹੇ ਨੇ। ਇਹਨਾਂ ਨੂੰ ਕਹੋ ਤੁਸੀਂ 10 ਸਾਲ ਪੰਜਾਬ ਲੁੱਟ ਕੇ ਖਾ ਗਏ, ਘੱਟੋ ਘੱਟ 10 ਮਹੀਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦਾ ਤੁਸੀਂ ਰੈਵਨਿਊ ਜਨਰੇਸ਼ਨ ਕਿੰਨੀ ਹੁੰਦੀ ਹੈ ਇਹ ਤਾਂ ਵੇਟ ਤਾਂ ਕਰ ਲਓ। ਬਿਨਾਂ ਗੱਲ ਤੋਂ ਜੋੜੇ ਲਾ ਕੇ ਭੱਜੀ ਜਾਂਦੇ ਨੇ। ਉਹਨਾਂ ਨੂੰ ਕੋਈ 10 ਮਹੀਨੇ ਖੜ੍ਹ ਜਾਓ। 9 ਮਹੀਨਿਆਂ ਦੇ ਵਿੱਚ ਜਦੋਂ ਪਾਲਿਸੀ ਲਾਗੂ ਹੋਈ ਹੈ ਇਹ ਔਰ 31 ਮਾਰਚ ਤੱਕ ਤੁਸੀਂ ਰੈਵਨਿਊ ਜਨਰੇਸ਼ਨ ਦੇਖ ਲਓ ਕਿੰਨੀ ਹੁੰਦੀ ਹੈ। ਉਹ ਤੋਂ ਮਗਰ ਸੁਖਬੀਰ ਬਾਦਲ ਜੀ ਰੌਲਾ ਪਾ ਲੈਣਾ। 10 ਸਾਲ ਤਾਂ ਆਪ 2 ਨੰਬਰ ਦਾ ਕੰਮ ਕਰੀ ਗਏ ਨੇ। ਸਰ ਪਹਿਲਾਂ ਠੇਕੇ ਦੂਸਰੇ ਹੁੰਦੇ ਸੀ, ਉਹ ਨਾਲ ਹੋ ਗਏ ਆ, ਤੇ ਸ਼ਰਾਬ ਵਾਲੇ ਹੋ ਗਏ ਆ। ਸਰ ਬੁਖਲਾਹਟ ਹੈ ਕਿਤੇ ਦੂਸਰਾ ਨੋਟਿਸ ਜਾਰੀ ਕਰ ਦਿੱਤਾ ਗਿਆ था ਕਿਹੜਾ ਜੀ? ਸੁਖਬੀਰ ਬਾਦਲ ਨੂੰ ਕਾਹਦਾ ਨੋਟਿਸ? ਸਰ ਬੇਅਦਬੀ ਵਾਲੇ ਮਾਮਲੇ ਹੋਮ ਮਿਨਿਸਟਰ ਐਜ਼ ਹੋਮ ਮਿਨਿਸਟਰ ਸੀ ਸਰ, ਜਦੋਂ ਉਹਨਾਂ ਨੇ ਬੇਅਦਬੀ ਹੋਈ ਹੈ, ਜਦੋਂ ਗੋਲੀ ਕਾਂਡ ਹੋਇਆ ਵਾ, ਉਸ ਚੀਜ਼ ਨੂੰ ਲੈ ਕੇ ਦੂਸਰਾ ਨੋਟਿਸ ਜਾਰੀ ਕਰ ਦਿੱਤਾ ਗਿਆ। ਆ ਤੇ ਫਿਰ ਇਹ ਬੁਖਲਾਹਟ ਤਾਂ ਨਹੀਂ ਕੀਤਾ ਸਰ ਕਾਹਦੀ? ਕਿ ਜਿਹੜਾ ਆਮ ਆਦਮੀ ਪਾਰਟੀ ਦੇ ਠੀਕ ਹੈ। ਨਾ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਚਾਹੁੰਦੇ ਹੋ ਵੀ ਬਾਈਬਲ ਕਲਾਂ ਬੇਅਦਬੀ ਦਾ ਔਰ ਗੋਲੀ ਕਾਂਡ ਦਾ ਮਸਲਾ ਹੱਲ ਹੋਵੇ? ਚਾਹੁੰਦੇ ਹੋ ਕਿ ਨਹੀਂ ਚਾਹੁੰਦੇ? ਫਿਰ ਜਦੋਂ ਚਾਹੁੰਦੇ ਹੋ ਤੇ ਜਿਨ੍ਹਾਂ ਦੇ ਉੱਪਰ ਉਂਗਲਾਂ ਉੱਠੀਆਂ ਨੇ ਉਹਨਾਂ ਨੂੰ ਨੋਟਿਸ ਜਾਰੀ ਹੋਊਗਾ ਕਿ ਨਹੀਂ? ਸਾਡੀ ਕਦੀ ਘਬਰਾਹਟ ਇਸ 'ਚ? ਐਵੇਂ ਇੰਪ੍ਰੈਕਟੀਕਲ ਸਵਾਲ ਨਾ ਕਰਿਆ ਕਰੋ, ਤੁਸੀਂ ਥੋੜੇ ਜਿਹੇ ਰਿਸਪੌਂਸਿਬਲ ਸਵਾਲ ਕਰਿਆ ਕਰੋ। ਸਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ, ਕਹਿੰਦੇ ਜਨਤਾ ਦੀ ਭਾਈ ਸਰਕਾਰ ਸਾਹਿਬ ਹੈ। ਤੁਸੀਂ ਰਿਪੋਰਟਰ ਹੋ? ਜੀ ਹਾਂਜੀ ਦੱਸੋ ਕਿਹੜੇ ਪੇਪਰ ਦੇ ਹੋ? ਸਰ ਪ੍ਰਾਈਮ ਦੇ। ਹਾਂਜੀ ਦੱਸੋ। ਆਮ ਆਦਮੀ ਦੀ ਸਰਕਾਰ ਆਈ ਸੀ, ਕਹਿੰਦੇ ਜਨਤਾ ਦੀ ਸਰਕਾਰ ਆਈ, ਜਨਤਾ ਨੂੰ ਰਾਹਤ ਮਿਲੀ, ਪਰ ਇੱਕ ਜਿਮ ਤੁਹਾਡੀ ਫੋਟੋ ਲਾ ਕੇ ਥ੍ਰੈਟ ਕਰ ਰਿਹਾ ਇਸ ਬੰਦੇ ਨੂੰ। ਬੰਦੇ ਲੈ ਕੇ ਗਰੀਸ਼ ਚੋਪੜਾ ਨਾਮ ਦਾ ਹੈਗਾ ਜੀ, ਧਾਗੇ ਦਾ ਡੀਲਰ, ਬਾਰ-ਬਾਰ ਤੁਹਾਡਾ ਨਾਂ ਲੈ ਕੇ ਕਦੀ ਪੁਲਿਸ ਵਾਲੇ ਲੈ ਕੇ ਆ ਜਾਂਦਾ, ਕਦੀ ਗੁੰਡੇ ਬਦਮਾਸ਼ੀ ਦੀ ਕਹਿੰਦਾ। ਤੇ ਪਰਸੋਂ ਹੁਣ ਮੈਨੂੰ ਇਹ ਕਹੇਗਾ ਜੀ ਅਮਨ ਚੋਪੜਾ ਜੀ ਨੂੰ ਜਾਣਦੇ ਹੋ, ਮੈਂ ਉਹਨਾਂ ਦਾ ਯਾਰ ਦੋਸਤ ਹੈਗਾ। ਇਹ ਹੈਗਾ ਮੈਨੂੰ
ਬੱਚਿਆਂ ਦਾ ਸਭ ਦਾ ਜੀਣਾ ਹਰਾਮ ਕਰਕੇ ਕੀ ਰੱਖਤਾ ਮਸਲਾ ਕੀ ਹੈ ਤੁਹਾਡਾ? ਭਾਜੀ ਮੇਰਾ ਕੋਈ ਨਰੇਸ਼ ਸੂਦ ਹੈ ਜੀ ਉਹਨਾਂ ਕੌਣ ਨਾਲ ਹੈ, ਕੌਣ ਬੰਦਾ ਕੌਣ ਹੈ ਇਹ? ਭਾਜੀ ਇਹ ਗਿਰੀਸ਼ ਚੋਪੜਾ ਹੈ ਜੀ, ਧਾਗੇ ਦਾ ਡੀਲਰ ਹੈ ਕਿ ਧਾਗੇ ਦਾ ਏਜੰਟ ਹੈ, ਮੈਨੂੰ ਨਹੀਂ ਜਾਣਦਾ, ਮੈਂ ਇਹਨੂੰ ਜਾਣਦਾ ਵੀ ਨਹੀਂ ਆ ਜੀ। ਇਹ ਨਰੇਸ਼ ਸੂਦ ਹੈਗਾ ਸਨਰਾਈਜ਼ ਕਲੋਥਿੰਗ ਵਾਲਾ, ਉਹਨੇ ਪਤਾ ਨਹੀਂ ਉਹਨੇ ਆਪਣਾ ਇੱਕ ਮਿੰਟ ਖੜ ਜਾਓ ਜੀ, ਮੇਰੀ ਗੱਲ ਸਮਝੋ ਇੱਕ ਮਿੰਟ। ਭਾਜੀ ਮੈਂ ਵੀ ਨਹੀਂ ਜਾਣਦਾ, ਪਰ ਇੱਕ ਜਾਂ ਗੈਂਗਸਟਰਸ ਦਾ ਨਾਂ ਲੈਂਦਾ ਜਾਂ ਪੁਲਿਸ ਦਾ ਨਾਂ ਲੈਂਦਾ, ਫਿਰ ਤੁਹਾਡੀ ਧਮਕੀ ਸਿੱਧੀ ਦੇ ਦੇਗਾ। ਅਮਨ ਅਰੋੜਾ ਮੇਰੇ ਯਾਰ ਆ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅਮਨ ਅਰੋੜਾ ਜੀ ਐਮਐਲਏ ਕਿ ਐਮਪੀ ਹੈ, ਮੈਨੂੰ ਕੱਲ ਪਤਾ ਲੱਗਾ ਸਰ। ਬੜੀ ਸੋਚ ਕੇ ਮੇਰੀ ਗੱਲ ਲੇਕਿਨ ਤੁਹਾਡਾ ਨਾਂ ਲੈ ਕੇ ਮੇਰਾ ਸੁਣੋ ਇੱਕ ਮਿੰਟ। ਮੇਰੇ ਨਾਲ ਫੋਟੋਆਂ ਤਾਂ ਹਜ਼ਾਰਾਂ ਬੰਦਿਆਂ ਦੀਆਂ ਹੋਣਗੀਆਂ, ਠੀਕ ਹੈ ਨਾ ਜੀ, ਪਰ ਦੈਟ ਡਜ਼ ਨਾਟ ਮੀਨ ਕਿ ਕੋਈ ਮੇਰੇ ਨਾਂ ਤੇ ਗਲਤ ਕੰਮ ਕਰ ਲਊ। ਸੁਣ ਤਾਂ ਲਓ ਭਾਈ ਸਾਹਿਬ, ਇੱਕ ਮਿੰਟ ਸ਼ਾਂਤੀ ਰੱਖੋ। ਐਸਐਸਪੀ ਸਾਹਿਬ ਆ ਫੜੋ ਇਹ ਬੰਦਾ, ਜਿਹੜਾ ਭਾਈ ਸਾਹਿਬ ਦੀ ਕੰਪਲੇਂਟ ਲਓ, ਜਿਹੜਾ ਵੀ ਬੰਦਾ ਹੈਗਾ ਕੋਈ ਇਹ ਇਮੀਡੀਏਟਲੀ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ, ਐਜ਼ ਪਰ ਲਾਅ ਹੋਵੇ, ਠੀਕ ਹੈ ਜੀ। ਕੋਈ ਮੇਰਾ ਦੋਸਤ ਨਹੀਂ, ਕੋਈ ਮੇਰਾ ਦੁਸ਼ਮਣ ਨਹੀਂ, ਲਾਅ ਆਫ ਲੈਂਡ ਹੈ ਜਿਹੜਾ ਉਹ ਪ੍ਰਵੇਲ ਹੋਣਾ ਚਾਹੀਦਾ, ਠੀਕ ਹੈ ਜੀ। ਮਿਲੋ ਤੁਸੀਂ ਇਹਨਾਂ ਨੂੰ ਮਿਲੋ। ਸਰ ਤਰਨਤਾਰਨ ਦੇ ਕ੍ਰਿਸ਼ਨਾ ਦਾ ਵਿਵਾਦ ਵਧਿਆ ਹੈ ਤਰਨਤਾਰਨ ਕੋਰਟ ਨੇ ਇੱਕ ਤੁਹਾਡੇ ਭਾਈ ਸਾਹਿਬ ਗੱਲ ਪਤਾ ਕੀ ਹੈ, ਹੁਣ ਤੁਸੀਂ ਮੈਨੂੰ ਚਾਹੇ ਤੋਂ ਮਗਰੋਂ ਆਪਾਂ ਘੰਟਾ ਲਾ ਲਾਂਗੇ। ਹੁਣ ਜਿਹੜੀ ਸੰਗਤ ਬੈਠੀ ਹੈ ਨਾ, ਮੈਂ ਲੋਕਾਂ ਦੇ ਸਾਡੇ ਹਾਊਸਿੰਗ ਦੇ ਮਸਲੇ ਨੇ ਜਿਹੜੇ ਉਹ ਸਮਝਦੇ ਨਹੀਂ ਆ। ਨੋਟਿਸ ਆਇਆ ਜੀ ਤਰਨ ਗੈਰ ਵਾਰੰਟ ਜਾਰੀ ਹੋਇਆ 3 ਮੰਤਰੀਆਂ ਦੇ ਆਮ ਆਦਮੀ ਪਾਰਟੀ ਦੇ ਸਰ। ਹਾਂਜੀ, ਤੇ ਕੋਈ ਗੱਲ ਸੁਣਨਾ ਸਹੀ ਕੋਰਟ ਨੇ ਨੋਟਿਸ ਇਸ਼ੂ ਕੀਤਾ। ਮੈਂ ਕੀ ਕਮੈਂਟ ਕਰ ਸਕਦਾ, ਜਿਹੜਾ ਸਬ ਜੁਡਿਸ ਹੈ, ਜੇ ਕੋਈ ਵੀ ਵਿਅਕਤੀ, ਚਾਹੇ ਮੈਂ ਆ, ਚਾਹੇ ਤੁਸੀਂ ਹੋ, ਚਾਹੇ ਮੁੱਖ ਮੰਤਰੀ, ਚਾਹੇ ਪ੍ਰਧਾਨ ਮੰਤਰੀ ਹੈ, ਜੇ ਕੋਈ ਨਹੀਂ ਗਿਆ, ਕੋਰਟ ਨੇ ਜੇ ਅਵੇਲੇਬਲ ਵਾਰੰਟ ਇਸ਼ੂ ਕਰਦੇ ਤੇ ਭਾਈ ਸਾਹਿਬ ਤੁਸੀਂ ਕੀ ਪੋਲੀਟੀਕਲ ਕਮੈਂਟ ਭਾਲਦੇ ਹੋ? ਤੇ ਸਮਝਾਓ ਮੈਨੂੰ, ਸਮਝਾਓ। ਖੜ੍ਹ ਤਾਂ ਜੇ ਇੱਕ ਮਿੰਟ ਯਾਰ, ਸਮਝਾਓ ਕੀ ਭਾਲਦੇ ਹੋ? ਤੇ ਗੱਲ ਨੂੰ ਸਮਝਿਆ ਕਰੋ ਤੁਸੀਂ ਨਾ, ਹਰੇਕ ਗੱਲ ਦੇ ਵਿੱਚੋਂ ਰਾਜਨੀਤੀ ਕੱਢਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਇੱਕ ਬੰਦਾ ਕੋਰਟ ਆਫ ਲਾਅ ਦੇ ਅੱਗੇ ਨਹੀਂ ਪੇਸ਼ ਹੋਇਆ ਹੈਗਾ, ਕੋਰਟ ਨੇ ਉਹਨੂੰ ਨੋਟਿਸ ਜਾਰੀ ਕਰਤਾ, ਉਹ ਅਗਲਾ ਜਾਂ ਪੇਸ਼ ਹੋ ਜਾਊਗਾ, ਜਾਂ ਜ਼ਮਾਨਤ ਲੈ ਲੂਗਾ, ਜਾਂ ਅੰਦਰ ਹੋ ਜਾਊਗਾ। ਇਹ 'ਚ ਕੀ ਖਾਸ ਗੱਲ ਹੈ? ਹੁਣ ਮੈਨੂੰ ਕੰਮ ਕਰ ਲੈਂਦੇ ਜਿਹੜੇ ਸਰ ਮੀਡੀਆ ਨੂੰ ਗਰੰਟੀ ਜਿਹੜੀ ਦਿੱਤੀ ਗਈ ਸੀ ਉਹ ਪੂਰੀ ਕੀਤੀ ਜਾਊਗੀ ਕਿਹੜੀ ਜੀ? ਸਰ ਪ੍ਰੈਸ ਕਲੱਬ ਦੀ। ਸਰ ਆਮ ਆਦਮੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਗਰੰਟੀ ਦਿੱਤੀ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਮੀਡੀਆ ਨੂੰ ਕਿ ਹਰੇਕ ਜਗ੍ਹਾ ਜਿੱਥੇ ਤੇ ਪ੍ਰੈਸ ਕਲੱਬ ਨਹੀਂ ਹੈਗੇ ਉੱਥੇ ਪ੍ਰੈਸ ਕਲੱਬ ਬਣਾਏ ਜਾਣਗੇ। ਗਰੰਟੀ ਪੂਰੀ ਕੀਤੀ ਜਾਊਗੀ 100% ਜਿਹੜੀਆਂ ਗਰੰਟੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਨੰਬਰ 1। ਨੰਬਰ 2, ਤੁਹਾਡੇ ਮੈਨੂੰ ਸਿਰਫ ਇੰਨਾ, ਚਲੋ ਤੁਹਾਡੇ ਤੁਸੀਂ ਹੁਣੇ ਸਵਾਲ ਕੀਤਾ ਹੈ, ਤੁਹਾਡੇ ਇੱਥੇ ਜਿਹੜੇ ਪ੍ਰੈਸ ਕਲੱਬ ਹੈ, ਜਿਹੜੇ ਪ੍ਰੈਸ ਦੇ ਜਿਹੜੇ ਮੀਡੀਆ ਤੁਹਾਡੇ ਸਾਥੀ ਨੇ, ਐਸੋਸੀਏਸ਼ਨ ਤੁਹਾਡੀ ਜਿਹੜੀ ਇਲੈਕਟਿਡ ਬੋਡੀ ਹੈ? ਨਹੀਂ ਸਰ, ਇਲੈਕਟਿਡ ਨਹੀਂ ਹੈ। ਅੱਛਾ, ਕਿੰਨੀਆਂ? ਇੱਕੋ ਹੀ ਹੈ ਬੋਡੀ ਕੇ? ਸਰ ਇੱਥੇ ਬਹੁਤ ਬੋਡੀਆਂ, ਇਸੇ ਕਰਕੇ ਪ੍ਰੈਸ ਕਲੱਬ ਨਹੀਂ ਬਣ ਪਾਇਆ। ਇਸੇ ਕਰਕੇ ਸਾਡੀ ਡਿਮਾਂਡ ਹੈ ਕਿ ਸਰਕਾਰੀ ਤੌਰ ਤੇ ਸਾਨੂੰ ਪ੍ਰੈਸ ਕਲੱਬ ਦਿੱਤਾ ਜਾਵੇ ਔਰ ਅਸੀਂ ਇੱਕ ਸੁਣ ਲਓ, ਅਸੀਂ ਆਪਦੇ ਵਾਅਦੇ ਤੇ ਪੂਰਾ ਉਤਰ ਜਾਾਂਗੇ, ਪਰ ਜਿਹੜੀ ਤੁਹਾਡੀ ਤੁਸੀਂ ਕਹਿੰਦੇ ਹੋ ਕਈ ਬੋਡੀਜ਼ ਨੇ ਪ੍ਰੈਸ ਦੀਆਂ, ਪਹਿਲਾਂ ਭਾਈ ਸਾਹਿਬ ਤੁਸੀਂ ਇਕੱਠੇ ਹੋਲੋ, ਸਰਕਾਰ ਕਿਹਨੂੰ ਦੇਵੇ? ਪਲੀਜ਼ ਟਰਾਈ ਟੂ ਅੰਡਰਸਟੈਂਡ, ਪਲੀਜ਼। ਸੁਣਤਾ ਲਓ ਇੱਕ ਮਿੰਟ, ਸ਼ਾਂਤੀ। ਇਕੱਠੇ ਹੋ ਜਾਓ, ਇਲੈਕਟਿਡ ਬੋਡੀ ਕਰ ਲਓ, ਸਰਕਾਰ ਆਪਦੇ ਵਾਅਦੇ ਦੇ ਉੱਪਰ ਖਰਾ ਉਤਰੂਗੀ ਕਿ ਅਸੀਂ ਤੁਹਾਨੂੰ ਬਣਾ ਕੇ ਦੇਵਾਂਗੇ। ਬੈਠਣ ਜੋਗੀ ਜਗ੍ਹਾ ਦੇ ਦਿਓ ਸਰ, ਬੈਠਣ ਜੋਗੀ ਜਗ੍ਹਾ ਦੇ ਦਿਓ। ਉਹ ਕੋਈ ਨਹੀਂ, ਉਹ ਮੈਂ ਕਲੱਬ ਨਹੀਂ ਮੰਗਦੇ ਸਰ। ਨਹੀਂ, ਉਹ ਵੀ ਦੇ ਦਾਂਗੇ, ਉਹ ਵੀ ਦੇ ਦਾਂਗੇ, ਉਹ ਵੀ ਦਿੱਕਤ ਨਹੀਂ।